हेलो एवरीवन। ਅੱਜ ਆਪਣੇ ਵੀਡੀਓ ਦਾ ਸਬਜੈਕਟ ਹੈ ਐਲੀਮੈਂਟ ਆਫ ਬੁੱਕ ਕੀਪਿੰਗ। ਸੋ ਇਹ ਜਰਨਲ ਦਾ 8 ਪਾਰਟ ਆ। ਪਿਛਲੇ 7 ਪਾਰਟਸ ਆਪਾਂ ਜਰਨਲ ਐਂਟਰੀ ਕੀਤੀਆਂ ਸੀਗੀਆਂ। ਉਸ ਤੋਂ ਪਹਿਲਾਂ ਜੋ ਵੀ ਇਨਫੋਰਮੇਸ਼ਨ ਰਿਕੁਆਇਰਡ ਸੀ ਜਾਂ ਜੋ ਵੀ ਨੌਲੇਜ ਰਿਕੁਆਇਰਡ ਸੀ ਜਰਨਲੀ ਉਹ ਕੀਤੀ ਸੀ, ਉਹ ਪਿਛਲੇ ਵੀਡੀਓ 'ਚ ਤੁਸੀਂ ਪਲੇਲਿਸਟ 'ਚ ਦੇਖ ਸਕਦੇ ਹੋ। ਬਿਜ਼ਨਸ ਐਂਡ ਕਮਰਸ ਚੈਨਲ ਨੂੰ ਜੁਆਇਨ ਕਰਕੇ ਇਹ ਪਾਰਟ 22 ਆ ਅਕਾਊਂਟਸ ਦਾ, ਐਲੀਮੈਂਟ ਆਫ ਬੁੱਕ ਕੀਪਿੰਗ ਦਾ। ਸੋ ਅੱਜ ਆਪਾਂ ਕੁਝ ਹੋਰ ਜਰਨਲ ਐਂਟਰੀਜ਼ ਕਰਾਂਗੇ। ਪਹਿਲਾਂ ਅਸੀਂ ਸਿੰਪਲ ਜਰਨਲ ਐਂਟਰੀਜ਼ ਕੀਤੀਆਂ ਸੀਗੀਆਂ। ਸੋ ਅੱਜ ਅਸੀਂ ਪਹਿਲੀ ਜਰਨਲ ਐਂਟਰੀ ਕਰਨੀ ਹੈ ਅਦਾਇਗੀ ਯੋਗ ਵਪਾਰਕ ਖਰਚੇ। ਇਹ ਉਹ ਐਕਸਪੈਂਸ ਹੁੰਦੇ ਆ ਜਿਨ੍ਹਾਂ ਦੇ ਬੰਦੇ ਬੈਨੀਫਿਟ ਤਾਂ ਅਸੀਂ ਲੈ ਲਿਆ ਵਾ, ਜਿਨ੍ਹਾਂ ਦੇ ਬਦਲੇ ਬੈਨੀਫਿਟ ਤਾਂ ਅਸੀਂ ਰਿਸੀਵ ਕਰ ਲਿਆ, ਪਰ ਉਹਨਾਂ ਦੇ ਬਦਲੇ ਹਜੇ ਅਸੀਂ ਪੇਮੈਂਟ ਕਰਨੀ ਆ, ਯਾਨੀ ਪੇਮੈਂਟ ਕਰਨ ਵਾਲੀ ਰਹਿੰਦੀ ਹੈ। ਜਿਵੇਂ ਕਿਸੇ ਵਰਕਰ ਤੋਂ ਅਸੀਂ ਲੇਬਰ ਕਰਵਾ ਲਈ ਆ, ਉਹਦੇ ਪੈਸੇ ਦੇਣੇ ਰਹਿੰਦੇ ਆ। ਜਨਰਲੀ ਜਿਹੜੇ ਆਊਟਸਟੈਂਡਿੰਗ ਐਕਸਪੈਂਸ ਹੁੰਦੇ ਆ ਇਹ ਐਂਡ ਆਫ ਈਅਰ ਹੁੰਦੇ ਆ, ਯਾਨੀ ਕਿ ਫਾਈਨੈਂਸ਼ੀਅਲ ਈਅਰ ਦੇ ਐਂਡ ਤੇ ਹੁੰਦੇ ਆ। ਜਿਵੇਂ ਅਸੀਂ ਕੋਈ ਚੀਜ਼ ਰੈਂਟ ਤੇ ਲਿੱਤੀ ਆ, ਅਸੀਂ ਪੂਰਾ ਸਾਲ ਉਹਨੂੰ ਯੂਜ਼ ਕਰ ਲਿਆ ਵਾ, ਪਰ ਉਹਦਾ 12 ਮਹੀਨੇ ਦਾ ਪਰ 1000 ਦੇ ਹਿਸਾਬ ਨਾਲ 12000 ਰੈਂਟ ਹਜੇ ਦੇਣਾ ਰਹਿੰਦਾ ਵਾ, ਯਾਨੀ ਉਹਨੂੰ ਅਸੀਂ ਆਊਟਸਟੈਂਡਿੰਗ ਰੈਂਟ ਕਵਾਂਗੇ। ਸੋ ਜਦੋਂ ਆਊਟਸਟੈਂਡਿੰਗ ਰੈਂਟ ਹੁੰਦਾ, ਜਿਵੇਂ ਇਹ 'ਚ ਐਗਜ਼ਾਮਪਲ ਦਿੱਤੀ ਆ 2500 ਰੁਪਇਆ ਕਿਰਾਇਆ ਅਦਾਇਗੀ ਯੋਗ ਹੈ, ਯਾਨੀ ਰੈਂਟ ਆਊਟਸਟੈਂਡਿੰਗ ਆ 2500 ਰੁਪਏ। ਇਸ ਤਰ੍ਹਾਂ ਦੀ ਐਂਟਰੀ ਦੇ ਵਿੱਚ ਦੋ ਅਕਾਊਂਟ ਹੁੰਦੇ ਆ। ਇੱਕ ਤਾਂ ਪਾਰਟਿਕੂਲਰ ਐਕਸਪੈਂਸ ਅਕਾਊਂਟ ਹੁੰਦਾ ਵਾ, ਜਿਵੇਂ ਇਹਦੇ ਵਿੱਚ ਆ ਰੈਂਟ ਅਕਾਊਂਟ, ਤੇ ਦੂਸਰਾ ਹੁੰਦਾ ਵਾ ਐਕਸਪੈਂਸ ਆਊਟਸਟੈਂਡਿੰਗ ਅਕਾਊਂਟ, ਲਾਈਕ ਰੈਂਟ ਆਊਟਸਟੈਂਡਿੰਗ ਅਕਾਊਂਟ। ਜਿਹੜਾ ਰੈਂਟ ਅਕਾਊਂਟ ਹੁੰਦਾ ਵਾ ਉਹ ਤਾਂ ਕਿਉਂਕਿ ਐਕਸਪੈਂਸ ਆ, ਉਹ ਨੋਮੀਨਲ ਅਕਾਊਂਟ ਹੋ ਗਿਆ। ਜਦੋਂ ਕੋਈ ਵੀ ਐਕਸਪੈਂਸ ਹੁੰਦਾ ਉਹਨੂੰ ਡੈਬਿਟ ਕੀਤਾ ਜਾਂਦਾ ਵਾ, ਇਸ ਕਰਕੇ ਪਾਰਟਿਕੂਲਰ ਐਕਸਪੈਂਸ ਅਕਾਊਂਟ, ਯਾਨੀ ਇਸ ਐਗਜ਼ਾਮਪਲ 'ਚ ਰੈਂਟ ਅਕਾਊਂਟ ਡੈਬਿਟ ਹੋਊਗਾ, ਤੇ ਜਿਹੜਾ ਰੈਂਟ ਆਊਟਸਟੈਂਡਿੰਗ ਆ ਯਾਨੀ ਐਕਸਪੈਂਸ ਆਊਟਸਟੈਂਡਿੰਗ ਅਕਾਊਂਟ, ਇਹ ਹੁੰਦਾ ਰਿਪਰੈਜ਼ੈਂਟੇਟਿਵ ਪਰਸਨਲ ਅਕਾਊਂਟ, ਪ੍ਰਤੀਨਿਧੀ ਵਿਅਕਤੀਗਤ ਖਾਤਾ, ਰਿਪਰੈਜ਼ੈਂਟੇਟਿਵ ਪਰਸਨਲ ਅਕਾਊਂਟ। ਕਿਉਂਕਿ ਉਸ ਬੰਦੇ ਨੂੰ ਹੁਣ ਅਸੀਂ ਪੇਮੈਂਟ ਕਰਨੀ ਆ ਹਜੇ, ਯਾਨੀ ਉਹਨੇ ਕੋਲ ਸਾਨੂੰ ਬੈਨੀਫਿਟ ਦਿੱਤਾ ਸੀਗਾ, ਉਹਨੇ ਸਾਨੂੰ ਬੈਨੀਫਿਟ ਦਿੱਤਾ ਵਾ, ਦੈਟ ਇਜ਼ ਅ ਗਿਵਰ, ਉਹ ਗਿਵਰ ਆ। ਸੋ ਰਿਪਰੈਜ਼ੈਂਟੇਟਿਵ ਪਰਸਨਲ ਅਕਾਊਂਟ ਹੋਣ ਕਰਕੇ, ਪਰਸਨਲ ਅਕਾਊਂਟ ਹੋਣ ਕਰਕੇ ਉਹ ਗਿਵਰ ਆ, ਇਸ ਕਰਕੇ ਉਹਦਾ ਅਕਾਊਂਟ ਕ੍ਰੈਡਿਟ ਕੀਤਾ ਜਾਊਗਾ। ਰਿਪਰੈਜ਼ੈਂਟੇਟਿਵ ਪਰਸਨਲ ਅਕਾਊਂਟ ਯਾਨੀ ਕਿ ਕ੍ਰੈਡਿਟ ਹੋਊਗਾ, ਯਾਨੀ ਆਊਟਸਟੈਂਡਿੰਗ ਰੈਂਟ ਅਕਾਊਂਟ ਕ੍ਰੈਡਿਟ ਹੋਊਗਾ ਕਿਉਂਕਿ ਉਹ ਸੇਵਾ ਦੇ ਰਿਹਾ। ਇਸ ਤਰ੍ਹਾਂ ਜਿਹੜੀ ਐਂਟਰੀ ਬਣੂਗੀ ਉਹ ਬਣ ਜੂਗੀ ਰੈਂਟ ਅਕਾਊਂਟ ਡੈਬਿਟ ਟੂ ਰੈਂਟ ਆਊਟਸਟੈਂਡਿੰਗ ਬੀਇੰਗ ਰੈਂਟ ਆਊਟਸਟੈਂਡਿੰਗ। ਇਸੇ ਤਰ੍ਹਾਂ ਹੀ ਕੁਝ ਖਰਚੇ ਹੁੰਦੇ ਆ ਜਿਹੜੇ ਅਸੀਂ ਐਡਵਾਂਸ 'ਚ ਪੇਮੈਂਟ ਕਰ ਦਿੰਦੇ ਆ। ਜ਼ਿਆਦਾਤਰ ਜਿਹੜੀ ਇੰਸ਼ੋਰੈਂਸ ਆ ਐਡਵਾਂਸ 'ਚ ਪੇਮੈਂਟ ਕੀਤੀ ਜਾਂਦੀ ਹੈ। ਇੰਸ਼ੋਰੈਂਸ ਹਮੇਸ਼ਾ ਅਸੀਂ ਪੂਰੇ ਸਾਲ ਲਈ ਪੇ ਕਰਦੇ ਹਾਂ। ਇਟ ਇਜ਼ ਪੇਡ ਫॉर ਫੁੱਲ ਈਅਰ। ਸੋ ਖਰਚਿਆਂ ਦਾ ਅਦਾਇਗੀ ਭੁਗਤਾਨ, ਐਕਸਪੈਂਸ ਪੇਡ ਇਨ ਐਡਵਾਂਸ। ਦੇਖੋ ਇਹ ਵੀ ਐਕਸਪੈਂਸ ਹੁੰਦੇ ਆ, ਖਰਚੇ ਆ, ਪਰ ਇਹਦੇ ਵਿੱਚ ਇਹ ਅਸੀਂ ਪੈਸੇ ਪਹਿਲਾਂ ਹੀ ਦੇਤੇ ਆ। ਇਟ ਇਜ਼ ਪੇਡ ਇਨ ਐਡਵਾਂਸ ਕਿਉਂਕਿ ਐਕਸਪੈਂਸ ਤਾਂ ਹਜੇ ਹੋਏ ਨਹੀਂ, ਮਤਲਬ ਅਜੇ ਐਕਸਪੈਂਸ ਆ। ਜਿਵੇਂ ਇੰਸ਼ੋਰੈਂਸ ਸਾਡੀ ਐਕਸਪੈਂਸ ਆ, ਅਸੀਂ 1 ਜਨਵਰੀ ਨੂੰ ਇੰਸ਼ੋਰੈਂਸ ਦੀ ਫੁੱਲ ਪੇਮੈਂਟ ਕਰਤੀ, ਪਰ 1 ਜਨਵਰੀ ਤੋਂ ਲੈ ਕੇ 31 ਦਸੰਬਰ ਤੱਕ ਉਹਦਾ ਬੈਨੀਫਿਟ ਤਾਂ ਹਜੇ ਸਾਨੂੰ ਮਿਲਣਾ ਵਾ, ਠੀਕ ਹੈ ਜੀ। ਸੋ ਇਸ ਕਰਕੇ ਜਿਹੜੀ ਐਡਵਾਂਸ ਪੇਮੈਂਟ ਕੀਤੀ ਆ ਉਹ ਸਾਡਾ ਐਕਸਪੈਂਸ ਹਜੇ ਹੋਇਆ ਨਹੀਂ ਹੈਗਾ। ਜਿਹੜੀ ਐਡਵਾਂਸ ਪੇਮੈਂਟ ਕੀਤੀ ਆ ਉਹ ਐਕਸਪੈਂਸ ਹਜੇ ਹੋਇਆ ਨਹੀਂ ਹੈਗਾ। ਸੋ ਇਸ ਕਰਕੇ ਜਦੋਂ ਖਰਚਿਆਂ ਦਾ ਭੁਗਤਾਨ ਸਮੇਂ ਤੋਂ ਪਹਿਲਾਂ ਕਰ ਦਿੱਤਾ ਜਾਂਦਾ ਵਾ, ਉਦੋਂ ਅਸੀਂ ਖਰਚਿਆਂ ਦਾ ਅਗੇਤਾ ਭੁਗਤਾਨ ਕਰਨੇ ਆ, ਤੇ ਉਹਦੇ ਲਈ ਅਸੀਂ ਇੱਕ ਸਪੈਸ਼ਲ ਐਂਟਰੀ ਪਾਣੀ ਆ। ਜਿਵੇਂ ਇਸ ਐਗਜ਼ਾਮਪਲ 'ਚ 1000 ਰੁਪਏ ਦੇ ਕਮਿਸ਼ਨ ਦਾ ਅਗੇਤਾ ਭੁਗਤਾਨ ਕੀਤਾ, ਕਮਿਸ਼ਨ ਪੇਡ ਇਨ ਐਡਵਾਂਸ 1000। ਕਿਸੇ ਤੋਂ ਅਸੀਂ ਕੰਮ ਕਰਾਉਣਾ ਸੀ, ਅਸੀਂ ਉਹਨੂੰ ਕਿਹਾ 1000 ਰੁਪਏ ਤੂੰ ਸਾਡਾ ਕੰਮ ਕਰ ਦੇ। ਹੁਣ ਉਦੋਂ ਹੀ ਸਾਲ ਖਤਮ ਹੋ ਗਿਆ, ਯਾਨੀ ਅੱਜ 31 ਦਸੰਬਰ ਨੂੰ ਅਸੀਂ ਉਹਨੂੰ ਪੇਮੈਂਟ ਕੀਤੀ 1000 ਰੁਪਏ ਦੀ, ਉਹਨੂੰ ਕਿਹਾ ਵੀ ਤੂੰ ਸਾਡਾ ਕੰਮ ਕਰ ਦੇ। ਹੁਣ 31 ਦਸੰਬਰ ਨੂੰ ਬੁੱਕਸ ਕਲੋਜ਼ ਹੋਣੀਆਂ ਮੰਨ ਲਓ, ਤਾਂ ਉਹਦੇ ਕੋਲ ਪਿਆ ਰਹਿ ਗਿਆ ਪੈਸਾ ਸਾਡਾ। ਸੋ ਸਾਡੀ ਐਸੈਟ ਹੈ ਇਹ, ਠੀਕ ਹੈ। ਇਹ ਸਾਡੀ ਇੱਕ ਤਰ੍ਹਾਂ ਦੀ ਐਸੈਟ ਹੋ ਗਈ, ਨਹੀਂ ਉਸ ਤੋਂ ਲੈਣੇ ਹੋ ਗਏ। ਹੁਣ ਇਹ 'ਚ ਜਿਹੜਾ ਕਮਿਸ਼ਨ ਪੇਡ ਇਨ ਐਡਵਾਂਸ ਅਕਾਊਂਟ ਆ, ਇਹ 'ਚ ਦੋ ਅਕਾਊਂਟ ਹੋ ਜਾਣਗੇ, ਇੱਕ ਕਮਿਸ਼ਨ ਪੇਡ ਇਨ ਐਡਵਾਂਸ ਅਕਾਊਂਟ ਤੇ ਇੱਕ ਕੈਸ਼ ਅਕਾਊਂਟ। ਜਿਹੜਾ ਕਮਿਸ਼ਨ ਪੇਡ ਇਨ ਐਡਵਾਂਸ ਅਕਾਊਂਟ ਆ ਇਹ ਰਿਪਰੈਜ਼ੈਂਟੇਟਿਵ ਪਰਸਨਲ ਅਕਾਊਂਟ ਆ, ਅਸੀਂ ਕਿਸੇ ਨੂੰ ਪੈਸੇ ਦੇ ਰਹੇ ਹਾਂ, ਸੋ ਰਿਸੀਵ ਕਰ ਰਿਹਾ ਵਾ, ਸੋ ਡੈਬਿਟ ਦਾ ਰਿਸੀਵਰ। ਸੋ ਕਮਿਸ਼ਨ ਪੇਡ ਇਨ ਐਡਵਾਂਸ ਤੇ ਬੰਦੇ ਦਾ ਨਾਮ ਨਹੀਂ ਆਣਾ, ਇੱਥੇ ਆਊਗਾ ਕਮਿਸ਼ਨ ਪੇਡ ਇਨ ਐਡਵਾਂਸ ਅਕਾਊਂਟ ਡੈਬਿਟ। ਤੇ ਕੀ ਪੇ ਕਰ ਰਹੇ ਹਾਂ ਅਸੀਂ, ਉਹਨੂੰ ਕੈਸ਼ ਦੇ ਰਹੇ ਹਾਂ, ਟੂ ਕੈਸ਼। ਸੋ ਜਿਸ ਨੂੰ ਵੀ ਕਮਿਸ਼ਨ ਦਾ ਭੁਗਤਾਨ ਕੀਤਾ ਹੈ ਉਸਨੇ ਅਜੇ ਤੱਕ ਸੇਵਾਵਾਂ ਨਹੀਂ ਦਿੱਤੀਆਂ, ਇਸ ਲਈ ਕਮਿਸ਼ਨ ਪੇਡ ਇਨ ਐਡਵਾਂਸ ਅਕਾਊਂਟ ਡੈਬਿਟ ਕੀਤਾ ਜਾਵੇਗਾ। ਇਸੇ ਤਰ੍ਹਾਂ ਲੇਖਾ ਕਿੱਦਾਂ ਹੋਏਗਾ, ਲੇਖੇ ਦੇ ਵਿੱਚ ਕੀ ਕਰਾਂਗੇ ਅਸੀਂ, ਦੋ ਅਕਾਊਂਟ ਹੋ ਗਏ ਸਾਡੇ ਕੋਲੇ, ਕਮਿਸ਼ਨ ਪੇਡ ਇਨ ਐਡਵਾਂਸ ਤੇ ਕੈਸ਼। ਕਮਿਸ਼ਨ ਪੇਡ ਇਨ ਐਡਵਾਂਸ ਅਕਾਊਂਟ ਡੈਬਿਟ ਹੋ ਜਾਊਗਾ 1000 ਦੇ ਨਾਲ, ਕੈਸ਼ ਅਕਾਊਂਟ ਹੈ ਜਿਹੜਾ ਕ੍ਰੈਡਿਟ ਹੋ ਜਾਊਗਾ ਕਿਉਂਕਿ ਕੈਸ਼ ਜਾ ਰਿਹਾ ਵਾ। ਸੋ ਐਂਟਰੀ ਇਹਦੀ ਨਰੇਸ਼ਨ ਬਣ ਜਾਏਗੀ ਬੀ ਰੈਂਟ ਪੇਡ ਇਨ ਐਡਵਾਂਸ। ਨੈਕਸਟ ਆਈਟਮ ਸਾਡੇ ਕੋਲ ਐਂਟਰੀ ਹੈਗੀ ਹੈ 13 ਐਂਟਰੀ ਵੇਚੇ ਗਏ ਮਾਲ ਦੀ ਵਾਪਸੀ, ਰਿਟਰਨ ਆਫ ਗੁੱਡ ਸੋਲਡ।
ਜਦੋਂ ਕਈ ਵਾਰ ਕੀ ਹੁੰਦਾ ਵਾ, ਜਦੋਂ ਅਸੀਂ ਕਿਸੇ ਨੂੰ ਗੁੱਡਸ ਵੇਚਦੇ ਆ, ਕਈ ਵਾਰ ਗੁੱਡਸ ਅਕੋਰਡਿੰਗ ਟੂ ਸਪੈਸੀਫਿਕੇਸ਼ਨ ਨਹੀਂ ਹੁੰਦੀਆਂ ਜਾਂ ਕੋਈ ਉਹਨਾਂ 'ਚ ਡਿਫੈਕਟ ਹੁੰਦਾ, ਉਹ ਸਾਨੂੰ ਚੀਜ਼ਾਂ ਵਾਪਸ ਕਰ ਦਿੰਦਾ ਵਾ। ਸੋ ਜਦੋਂ ਗੁੱਡਸ ਰਿਟਰਨਡ ਹੁੰਦੀਆਂ ਵਾ ਤਾਂ ਅਸੀਂ ਕਿਉਂਕਿ ਉਹਨਾਂ ਨੂੰ ਸੇਲ ਕੀਤੀ ਹੁੰਦੀ ਆ, ਸੋ ਇਸ ਕਰਕੇ ਅਸੀਂ ਇੱਕ ਸਪੈਸ਼ਲ ਅਕਾਊਂਟ ਖੋਲਦੇ ਆ, ਸੇਲ ਰਿਟਰਨ ਅਕਾਊਂਟ, ਯਾਨੀ ਇਹ ਗੁੱਡਸ ਦਾ ਹੀ ਅਕਾਊਂਟ ਹੁੰਦਾ, ਇਹ 'ਚ ਸੇਲ ਰਿਟਰਨ ਅਕਾਊਂਟ ਹੋ ਜਾਂਦਾ ਵਾ। ਸੋ ਰੀਅਲ ਅਕਾਊਂਟ ਹੀ ਹੋ ਗਿਆ ਇਹ। ਸੋ ਇਹਨੂੰ ਅਸੀਂ ਜਦੋਂ ਗੁੱਡਸ ਵਾਪਸ ਆਉਂਦੀਆਂ ਅਸੀਂ ਇਹਨੂੰ ਡੈਬਿਟ ਕਰ ਲੈਂਦੇ ਆ। तो पर्टिकुलर पर्सन को गुड्स होंदियां वा, उस पर्सन ਨੂੰ ਅਸੀਂ ਕ੍ਰੈਡਿਟ ਕਰਦੇ ਆ ਕਿਉਂਕਿ ਉਹ ਗਿਵਰ ਹੁੰਦਾ ਵਾ। ਜਿਵੇਂ ਐਂਟਰੀ ਜੀ ਦੇਖਦੇ ਆ, ਵਿਰਾਟ ਨੇ 200 ਰੁਪੀਸ ਦਾ ਮਾਲ ਵਾਪਸ ਕੀਤਾ, ਵਿਰਾਟ ਰਿਟਰਨ ਗੁੱਡਸ ਵਰਥ 200। ਸੋ ਇਸ ਐਂਟਰੀ ਦੇ ਵਿੱਚ ਦੋ ਖਾਤੇ ਹੋ ਗਏ, ਇੱਕ ਤਾਂ ਹੋ ਗਿਆ ਸੇਲ ਰਿਟਰਨ ਅਕਾਊਂਟ, ਇੱਕ ਹੋ ਗਿਆ ਵਿਰਾਟ ਅਕਾਊਂਟ। ਵਿਰਾਟ ਪਰਸਨਲ ਅਕਾਊਂਟ ਹੋ ਗਿਆ, ਉਹ ਗਿਵਰ ਆ। ਸੇਲ ਰਿਟਰਨ ਆ ਜਿਹੜਾ ਰੀਅਲ ਅਕਾਊਂਟ ਹੋ ਗਿਆ, ਗੁੱਡਸ ਆ ਰਹੀਆਂ ਵਾ, ਸੋ ਰੀਅਲ ਅਕਾਊਂਟ ਡੈਬਿਟ ਹੋਊਗਾ। ਸੋ ਸੇਲ ਰਿਟਰਨ ਅਕਾਊਂਟ ਡੈਬਿਟ टू विराट, सेल रिटर्न अकाउंट डेबिट टू विराट। सो ये जर्नल एंट्री हो जाएगी, बीइंग गुड्स रिटर्न बाय कस्टमर। नेक्स्ट ऐसे नेक्स्ट एंट्री आ 14वीं, खरीदे माल दी वापसी, परचेज रिटर्न। हुण कई बार जो माल खरीदे अकॉर्डिंग स्पेसिफिकेशन नहीं हुंदा, ਅਸੀਂ वापस कर दिंने आ। सो ਅਸੀਂ ਜਦੋਂ ਮਾਲ ਵਾਪਸ ਕਰ ਰਹੇ ਹਾਂ, ਜਦੋਂ ਖਰੀਦਦੇ ਹਾਂ ਅਸੀਂ ਪਰਚੇਜ਼ ਅਕਾਊਂਟ ਖੋਲਦੇ ਹਾਂ। ਵਾਪਸ ਕਰਨ ਦੇ ਲਈ ਇੱਕ ਸਪੈਸ਼ਲ ਅਕਾਊਂਟ ਖੋਲਾਂਗੇ ਜਿਹਨੂੰ ਪਰਚੇਜ਼ ਰਿਟਰਨ ਅਕਾਊਂਟ ਕਹਿੰਦੇ ਆ, ਤੇ ਅਸੀਂ ਸਮਾਨ ਕਿਹਨੂੰ ਵਾਪਸ ਕਰਾਂਗੇ, ਜਦੋਂ ਅਸੀਂ ਖਰੀਦਿਆ ਵਾ। ਸੋ ਜਿਹਨੇ ਸਾਨੂੰ ਵੇਚਿਆ ਸੀ ਅਸੀਂ ਉਹਨੂੰ ਵਾਪਸ ਕਰ ਦਾਂਗੇ, ਹੁਣ ਉਹ ਰਿਸੀਵਰ ਹੋ ਗਿਆ। ਸੋ ਪਾਰਟਿਕੂਲਰ ਪਰਸਨ ਅਕਾਊਂਟ ਡੈਬਿਟ ਹੋ ਜਾਊਗਾ ਤੇ ਗੁੱਡਸ ਅਸੀਂ ਵਾਪਸ ਕਰ ਰਹੇ ਹਾਂ। ਪਰਚੇਜ਼ ਅਕਾਊਂਟ 'ਚ ਅਸੀਂ ਡੈਬਿਟ ਕੀਤੀਆਂ ਸੀ ਜਦੋਂ ਪਰਚੇਜ਼ ਕੀਤੀਆਂ ਸੀ, ਹੁਣ ਅਸੀਂ ਵਾਪਸ ਕਰ ਰਹੇ ਹਾਂ ਤੇ ਪਰਚੇਜ਼ ਰਿਟਰਨ ਅਕਾਊਂਟ 'ਚੋਂ ਕ੍ਰੈਡਿਟ ਹੋ ਜਾਣਗੀਆਂ। ਸੋ ਇਸ ਜਿਵੇਂ ਐਂਟਰੀ ਆ, ਅਨਮੋਲ ਨੂੰ 350 ਰੁਪਏ ਦਾ ਮਾਲ ਵਾਪਸ ਕੀਤਾ, ਗੁੱਡਸ ਰਿਟਰਨ ਟੂ ਅਨਮੋਲ 350। ਇਸ ਲੈਣ ਦੇ ਵਿੱਚ ਅਨਮੋਲ ਅਤੇ ਖਰੀਦ ਵਾਪਸੀ, ਪਰਚੇਜ਼ ਰਿਟਰਨ ਦੋ ਖਾਤੇ ਸ਼ਾਮਲ ਆ। ਅਨਮੋਲ ਖਾਤਾ ਪਰਸਨਲ ਅਕਾਊਂਟ ਹੋ ਗਿਆ, ਇਸ ਟਾਈਮ ਉਹ ਰਿਸੀਵ ਕਰ ਰਿਹਾ ਵਾ, ਸੋ ਅਨਮੋਲ ਅਕਾਊਂਟ ਆ ਜਿਹੜਾ ਡੈਬਿਟ ਹੋ ਜਾਏਗਾ। ਪਰਚੇਜ਼ ਰਿਟਰਨ ਅਕਾਊਂਟ ਇੱਕ ਸਪੈਸ਼ਲ ਅਕਾਊਂਟ ਖੋਲ ਲਿਆ ਕਿਉਂਕਿ ਜਦੋਂ ਅਸੀਂ ਗੁੱਡਸ ਰਿਸੀਵ ਕੀਤੀਆਂ ਸੀ ਅਸੀਂ ਡੈਬਿਟ ਕੀਤਾ ਸੀਗਾ। ਹੁਣ ਜਦੋਂ ਅਸੀਂ ਗੁੱਡਸ ਵਾਪਸ ਕਰ ਰਹੇ ਹਾਂ ਤਾਂ ਅਸੀਂ ਪਰਚੇਜ਼ ਨੂੰ ਕੈਨਸਲ ਕਰਨਾ ਵਾ, ਸੋ ਇਸ ਕਰਕੇ ਪਰਚੇਜ਼ ਰਿਟਰਨ ਅਕਾਊਂਟ ਖੋਲ ਲਾਂਗੇ। ਸੋ ਐਂਟਰੀ ਬਣ ਜੂਗੀ ਅਨਮੋਲ ਅਕਾਊਂਟ ਡੈਬਿਟ ਟੂ ਪਰਚੇਜ਼ ਰਿਟਰਨ ਅਕਾਊਂਟ ਬੀਇੰਗ ਗੁੱਡਸ ਰਿਟਰਨ ਟੂ ਸਪਲਾਇਰ। ਸੋ ਉਹਨੇ ਦੀ ਅਸੀਂ ਉਦਾਹਰਨ ਦੇਖ ਲੈਂਦੇ ਆ। ਦੇਖੋ ਉਦਾਹਰਨ ਦੇ ਵਿੱਚ ਇਹੋ ਜਿਹੀਆਂ ਐਂਟਰੀਆਂ ਲਿੱਤੀਆਂ ਵਾ। ਸੋ ਸਾਰੀਆਂ ਐਂਟਰੀਆਂ ਲੈ ਲਈਆਂ ਸੀ ਸ਼ੁਰੂ ਤੋਂ ਲੈ ਕੇ ਹੁਣ ਤੱਕ, ਵੀ ਜਿੰਨੀਆਂ ਆਪਾਂ ਕੀਤੀਆਂ ਰਿਵੀਜ਼ਨ ਟਾਈਪ ਹੋ ਗਿਆ ਇਹਦੇ ਵਿੱਚ। So enter the following transaction in the journal of Kumar. Kumar started business with cash. तो बिजनेस स्टार्ट करते हैं दो अकाउंट होंगे, कैश अकाउंट ते कैपिटल अकाउंट। सो दी एंट्री बन जाएगी, सो दी एंट्री बन जाएगी कैश अकाउंट डेबिट, क्योंकि कैश आ रहा वा टू कुमार कैपिटल अकाउंट 20,000 बीइंग बिजनेस कमेंस्ड। सो ये हो जाएगी। उस तो बाद नेक्स्ट हैगा साडे कोले दूसरी एंट्री ਇਹਦੇ ਵਿੱਚ ਹੈਗੀ ਆ ਗੁੱਡਸ ਪਰਚੇਜ਼ ਫॉर ਕੈਸ਼। ਗੁੱਡਸ ਜਦੋਂ ਅਸੀਂ ਪਰਚੇਜ਼ ਕੀਤੀਆਂ ਕੈਸ਼ ਦੇ ਵਿੱਚ ਤਾਂ ਅਸੀਂ ਕੀ ਕਰਾਂਗੇ, ਪਰਚੇਜ਼ ਅਕਾਊਂਟ ਡੈਬਿਟ ਹੋ ਜਾਏਗਾ 2 ਮਾਰਚ ਦੀ ਐਂਟਰੀ ਨੂੰ, ਕਿਉਂਕਿ ਗੁੱਡਸ ਆ ਰਹੀਆਂ ਵਾ ਟੂ ਕੈਸ਼ ਅਕਾਊਂਟ, ਕੈਸ਼ ਜਾ ਰਿਹਾ ਵਾ। ਸੋ ਪਰਚੇਜ਼ ਅਕਾਊਂਟ ਡੈਬਿਟ ਟੂ ਕੈਸ਼ ਬੀਇੰਗ ਗੁੱਡਸ ਪਰਚੇਜ਼, ਅਮਾਉਂਟ ਹੈਗੀ ਆ 2000। ਸੋ ਨੈਕਸਟ ਆਪਣੀ ਤੀਸਰੀ ਐਂਟਰੀ ਹੈ ਜਿਹੜੀ ਉਹ ਹੈਗੀ ਆ ਗੁੱਡਸ ਸੋਲਡ ਫॉर ਕੈਸ਼। ਹੁਣ ਅਸੀਂ ਗੁੱਡਸ ਵੇਚਤੀਆਂ, ਤੀਜੀ ਐਂਟਰੀ 3 ਮਾਰਚ ਦੀ ਐਂਟਰੀ ਲਾ ਲਓ, ਗੁੱਡਸ ਸੋਲਡ ਫॉर ਕੈਸ਼। ਹੁਣ ਸੇਲ ਕੀਤੀ ਆ, ਸੋ ਸੇਲ ਕੀਤੀ ਹੈ ਜਦੋਂ ਗੁੱਡਸ ਗਈਆਂ ਕੈਸ਼ ਆ ਗਿਆ। ਸੋ ਇਹਦੇ ਰਿਗਾਰਡਿੰਗ ਐਂਟਰੀ ਹੋਏਗੀ ਸਾਡੇ ਕੋਲੇ 3 ਮਾਰਚ ਦੀ ਐਂਟਰੀ ਹੈਗੀ ਕੈਸ਼ ਅਕਾਊਂਟ ਡੈਬਿਟ ਟੂ ਸੇਲ ਅਕਾਊਂਟ, ਕੈਸ਼ ਅਕਾਊਂਟ ਡੈਬਿਟ ਟੂ ਸੇਲ ਅਕਾਊਂਟ ਬੀਇੰਗ ਗੁੱਡਸ ਸੋਲਡ 1800 ਦੀ। ਨੈਕਸਟ 4th ਐਂਟਰੀ ਦੇ ਵਿੱਚ ਸਾਡੇ ਕੋਲ ਇਹ ਆ ਵੀ ਗੁੱਡਸ ਪਰਚੇਜ਼ ਫਰੋਮ ਵਿਸ਼ਾਲ। ਵਿਸ਼ਾਲ ਤੋਂ ਗੁੱਡਸ ਪਰਚੇਜ਼ ਕੀਤੀਆਂ, ਜਦੋਂ ਅਸੀਂ ਵਿਸ਼ਾਲ ਤੋਂ ਗੁੱਡਸ ਪਰਚੇਜ਼ ਕੀਤੀਆਂ ਤਾਂ ਗੁੱਡਸ ਆ ਗਈਆਂ। ਸੋ ਜਦੋਂ ਗੁੱਡਸ ਖਰੀਦੇ ਤਾਂ ਪਰਚੇਜ਼ ਅਕਾਊਂਟ ਡੈਬਿਟ ਕਰਦੇ ਆ, ਤੇ ਹੁਣ ਅਸੀਂ ਵਿਸ਼ਾਲ ਤੋਂ ਖਰੀਦੀਆਂ, ਵਿਸ਼ਾਲ ਗਿਵਰ ਆ। ਸੋ ਐਂਟਰੀ ਕੀ ਹੋ ਜਾਏਗੀ, ਐਂਟਰੀ ਹੋ ਜਾਏਗੀ ਪਰਚੇਜ਼ ਅਕਾਊਂਟ ਡੈਬਿਟ ਟੂ ਵਿਸ਼ਾਲ ਅਕਾਊਂਟ ਬੀਇੰਗ ਗੁੱਡਸ ਪਰਚੇਜ਼ 1700 ਰੁਪਏ ਦੀਆਂ। ਸੋ ਇਹ ਡੈਬਿਟ ਕਾਲਮ ਚ 1700 ਆ ਗਿਆ ਪਰਚੇਜ਼ ਦੇ ਸਾਹਮਣੇ, ਵਿਸ਼ਾਲ ਦੇ ਸਾਹਮਣੇ ਆ ਗਿਆ 1700 ਰੁਪਏ ਕ੍ਰੈਡਿਟ ਕਾਲਮ ਦੇ ਵਿੱਚ। ਸੋ ਕਿਉਂਕਿ ਉਹਨੇ ਇੱਥੇ ਮੰਨ ਲਓ ਪੇਜ ਐਂਡ ਹੋ ਗਿਆ ਤਾਂ ਅਸੀਂ ਕੀ ਕਰਾਂਗੇ, ਇਹਨਾਂ ਦੇ ਇੱਕ ਵਾਰ ਟੋਟਲ ਲਗਾ ਦਾਂਗੇ 20000 2000 1800 ਤੇ 1700 ਬਣ ਗਿਆ 2500, ਇੱਧਰ ਵੀ ਬਣ ਗਿਆ 2500। ਹੁਣ ਮੰਨ ਲਓ ਨੈਕਸਟ ਐਂਟਰੀ ਸਾਡੇ ਨੈਕਸਟ ਪੇਜ ਤੇ ਆ ਰਹੀਆਂ, ਅਸੀਂ ਨੈਕਸਟ ਪੇਜ ਆਪਾਂ ਸਟਾਰਟ ਕਰ ਲਾਂਗੇ। ਸੋ ਇਹ ਕੈਰੀ ਫਾਰਵਰਡ ਅਮਾਉਂਟ ਹੋ ਗਈ, ਉੱਥੇ ਬ੍ਰੌਡ ਫਾਰਵਰਡ ਅਮਾਉਂਟ ਲਿਖ ਲਾਂਗੇ। ਆ ਦੇਖੋ ਟੋਟਲ ਬ੍ਰੌਡ ਫਾਰਵਰਡ ਹੋ ਗਿਆ, ਇੱਥੇ 2500 ਉੱਪਰ ਲਿਖਤਾ, ਇੱਧਰ ਵੀ 2500 ਉੱਪਰ ਲਿਖਤਾ। ਸੋ ਹੁਣ ਨੈਕਸਟ ਐਂਟਰੀ ਦੇਖਾਂਗੇ ਅਸੀਂ। ਨੈਕਸਟ ਐਂਟਰੀ ਜਿਹੜੀ ਹੈਗੀ ਆ ਉਹ ਸਾਡੇ ਕੋਲੇ ਕੀ ਆ, ਨੈਕਸਟ ਹੈਗੀ ਆ ਬੌਟ ਗੁੱਡਸ। ਨੈਕਸਟ ਐਂਟਰੀ ਹੈਗੀ ਆ ਆਪਣੇ ਕੋਲੇ ਗੁੱਡਸ ਸੋਲਡ ਟੂ ਰਹੀਮ, 6 ਮਾਰਚ ਦੀ ਐਂਟਰੀ ਹੈ ਗੁੱਡਸ ਸੋਲਡ ਟੂ ਰਹੀਮ। ਹੁਣ ਰਹੀਮ ਨੂੰ ਚੀਜ਼ਾਂ ਵੇਚੀਆਂ, ਰਹੀਮ ਰਿਸੀਵਰ ਆ ਤੇ ਗੁੱਡਸ ਵੇਚੀਆਂ। ਗੁੱਡਸ ਜਦੋਂ ਅਸੀਂ ਵੇਚਦੇ ਆ ਤਾਂ ਸੇਲ ਅਕਾਊਂਟ ਓਪਨ ਕਰਦੇ ਆ। ਸੋ ਐਂਟਰੀ ਬਣ ਜਾਏਗੀ, ਸੋ ਐਂਟਰੀ ਬਣੇਗੀ ਰਹੀਮ ਅਕਾਊਂਟ ਡੈਬਿਟ, ਕਿਉਂਕਿ ਰਹੀਮ ਰਿਸੀਵਰ ਆ ਟੂ ਸੇਲ
1000 being goods sold। ये हुण नेक्स्ट देख रहे हैं 8 मार्च की एंट्री है। 8 मार्च की एंट्री है फर्नीचर परचेज फॉर कैश 200। नगद फर्नीचर खरीदिया वा। जो फर्नीचर खरीदे दो एंट्री होंगे अकाउंट होंगे, एक फर्नीचर अकाउंट एक कैश अकाउंट। सो जो फर्नीचर आ वो रियल अकाउंट आ, जो कैश आ भी रियल अकाउंट आ। हुण फर्नीचर आ रहा वा 8 मार्च की एंट्री है, फर्नीचर आ रहा। सो जो डेबिट वट कम्स इन, सो फर्नीचर अकाउंट डेबिट हो जाएगा 200 रुपीज नाल, ते कैश जा रहा वा टू कैश क्रेडिट हो जाएगा 200 रुपीज नाल बीइंग फर्नीचर सोल्ड। नैक्सट अपने को एंट्री हैगी 10 मार्च की। 10 मार्च की एंट्री दे विच आ पेड कैश टू विशाल, विशाल नूं पेमेंट कीती है। सो हुण इहदे विच दो अकाउंट हो गए, विशाल ते कैश। विशाल आ जिहड़ा पर्सनल अकाउंट आ रिसीव कर रहा वा। सो 10 मार्च नूं विशाल अकाउंट डेबिट हो जाएगा 400 ते कैश साडे कोले जा रहा वा जो रियल अकाउंट आ। जो कोई चीज जाती है रियल अकाउंट दे विच उहनूं क्रेडिट करदे आ टू कैश अकाउंट। एंट्री बन गई विशाल अकाउंट डेबिट टू कैश अकाउंट बीइंग अमाउंट पेड। सो नैक्सट एंट्री है साडे कोले 12 मार्च की। बॉट गुड्स फ्रॉम कृष्ण कुमार फॉर कैश। हुण गुड्स खरीदियां वा कृष्ण कुमार तो फॉर कैश। इत्थे कृष्ण कुमार का कोई मतलब ही नहीं है, क्योंकि गुड्स खरीदियां फ्रॉम कृष्ण कुमार फॉर कैश। जे कैश ना लिखिया होंदा फिर असीं ना लिखदा कृष्ण कुमार दा। हुण तां असीं गुड्स खरीद लिया, रुपये देते। सो दो अकाउंट आउणगे इहदे विच, एक परचेज अकाउंट ते एक कैश अकाउंट। सो एंट्री बनेगी 12 मार्च की परचेज अकाउंट डेबिट टू कैश बीइंग गुड्स परचेज 1700। यानी इत्थे नाम की कोई अहमियत नहीं, क्योंकि असीं गुड्स कैश खरीदियां वा। नैक्सट साडे कोले आ गया सोल्ड गुड्स टू बिहारी ऑन क्रेडिट। हाँ देखो इत्थे नाम आया पर नाल क्रेडिट लिखिया, असीं उधार वेचियां बिहारी नूं। जे क्रेडिट ना भी लिखिया हुंदा तां भी असीं बिहारी दा नाम लिखदे, क्योंकि बिहारी रिसीव कर रहा वा ते सेल हो रही है, इस करके सेल अकाउंट क्रेडिट होगा। सो एंट्री बन जाएगी इहदे विच बिहारी अकाउंट डेबिट टू सेल अकाउंट बीइंग गुड्स सोल्ड। बिहारी अकाउंट डेबिट हो जाएगा 1000 दे नाल, सेल अकाउंट है क्रेडिट हो जाएगा 1000 दे नाल। ठीक है जी। नैक्सट साडे कोल एंट्री आंदी है 16 मार्च की। 16 मार्च की एंट्री है पेड वेजिस टू लाल। देखो वेजिस साडा एक्सपेंस आ, चाहे लाल नूं पे कीती है, चाहे पाल नूं, चाहे विपन नूं, चाहे सुमित नूं, किसी ने पे कीती, साडा तां एक्सपेंस आ वेजिस। जो असीं वेजिस पे करते हैं कैश दिंदे आ। सो इहदे विच इस एंट्री दे विच 25 रुपये असीं कैश देते आ एज ए वेजिस। सो इहदे विच दो अकाउंट इन्वोल्व हो गए, किहड़े-किहड़े, एक वेजिस अकाउंट ते एक कैश अकाउंट। सो एक हो गया साडे कोल वेजिस अकाउंट। सो 16 मार्च की एंट्री है वेजिस अकाउंट डेबिट 25 रुपये नाल टू कैश अकाउंट। वेजिस साडा एक्सपेंस हो गया, कैश साडे कोले चला गया, क्योंकि रियल अकाउंट आ जो जांदा उहनूं क्रेडिट करदे आ। बीइंग वेजिस पेड आ साडी एंट्री हो गई है। नैक्सट आ जांदी साडे कोले 18 मार्च की एंट्री इंटरस्ट रिसीव। इंटरस्ट रिसीव किया, जो असीं इंटरस्ट रिसीव किया की आया, कैश आया। क्या तो आया, इंटरस्ट तो आया। सो इंटरस्ट साडी इनकम होगी, इनकम नूं क्रेडिट करीदा वा। कैश साडे एसेट आ, रियल अकाउंट आ। सो जो कोई चीज आती है डेबिट करते हैं। सो कैश आया वा, सो कैश डेबिट होएगा। से उस तो बाद कैश कितों आया वा, इंटरस्ट तो आया वा। सो कैश अकाउंट डेबिट हो जाएगा टू इंटरस्ट रिसीव अकाउंट हो जाएगा। कैश डेबिट क्योंकि कैश आया वा, डेबिट वट कम्स इन, इंटरस्ट इनकम आ, इनकम नूं ऑलवेज क्रेडिट करते हैं। सो इनकम रिसीव्ड अकाउंट क्रेडिट हो जाएगा। नैक्सट आ गया 19 मार्च की एंट्री। 19 मार्च की एंट्री आ रेंट पेड। सिंपल एंट्री आ रेंट पेड। असीं की कीता, एक्सपेंसिस पेड कीते आ। एक्सपेंसिस किहड़ा वा, एक्सपेंस दा नाम आ रेंट। सो असीं एंट्री लिखांगे रेंट अकाउंट डेबिट, क्योंकि एक्सपेंस डेबिट हुंदे आ टू कैश 100 रुपीज नाल असीं रेंट पे करता। सो नैक्सट एंट्री 24 मार्च की एंट्री है साडी। 24 मार्च की एंट्री दे विच की आ, इह हैगा रिसीव कैश फ्रॉम रहीम। कैश आया वा कित्थों आया, रहीम तो आया। दो अकाउंट हो गए, कैश एंड रहीम। सो असीं इहदी एंट्री लिखांगे कैश अकाउंट डेबिट 24 मार्च नूं, कैश अकाउंट डेबिट टू रहीम 600। सो बीइंग कैश रिसीव्ड। नैक्सट एंट्री आ सोल्ड गुड्स टू कमल फॉर कैश। कमल नूं गुड्स वेचियां, कैश देगा, कैश दे। सो क्योंकि असीं कैश गुड्स वेचियां, कैश आ गया, कमल दा नाम दे कोई अहमियत ही नहीं है इहदे विच एंट्री दे विच। सो कमल नूं किते भी नहीं लिखना। असीं दो अकाउंट नाल डील करांगे, कैश अकाउंट ते सेल अकाउंट दे नाल। सो एंट्री बनेगी कैश अकाउंट डेबिट टू सेल। 29 मार्च की एंट्री है कैश अकाउंट डेबिट टू सेल 300 रुपया 300 रुपया बीइंग गुड्स सोल्ड। उस तो बाद नैक्सट एंट्री आंदी है लास्ट एंट्री पेड सैलरी टू मनोहर। मनोहर नूं सैलरी पे कीती आ। सो सैलरी जिन्होंने मर्जी पे की हो, सैलरी साडा एक्सपेंस आ, जो एक्सपेंस आ वो डेबिट होएगा। इस करके दो अकाउंट है, एक सैलरी अकाउंट एक कैश अकाउंट। सैलरी एक्सपेंस आ, एक्सपेंस डेबिट होएगा ते कैश जा रहा वा टू कैश आ जाएगा। सो सैलरी अकाउंट डेबिट टू कैश 150 रुपए नाल ये एंट्री पेगी। सो 150 रुपए नाल एंट्री पाके असीं लिखांगे बीइंग सैलरी पेड। सो ये पूरा जनरल का क्वेश्चन हो गया ते असीं इस तो बाद इहते टोटल कर देवांगे। सो टोटल आ गया 30। देखो पुराना लैके नाल
फिर ਅਸੀਂ टोटल कर देना वा 25,500 तो ਅਸੀਂ शुरू करांगे पिछले पेज का कैरी फॉरवर्ड लिया ਸੀ ਅਸੀਂ 25,500 रुपया ਪਹਿਲਾਂ ਕਾਲਮ ਸੀਗਾ ਫਿਰ ਇਹਦਾ ਟੋਟਲ ਲੱਗ ਗਿਆ ਸੀ 25,500 ਨੂੰ ਨੈਕਸਟ ਪੇਜ ਤੇ ਲੈ ਕੇ ਆਂਦਾ ਸੀ ਉਹਦੇ ਵਿੱਚ ਸਾਰੀਆਂ ਐਂਟਰੀਆਂ ਅਸੀਂ ਐਡ ਕਰ ਲੀਆਂ तो ਨੈਕਸਟ ਟੋਟਲ ਬਣ ਗਿਆ ਸਾਡੇ ਕੋਲੇ 30,900 3,900 ਦੋਨੇ ਸਾਈਟਸ ਤੇ ਬਣ ਗਿਆ ਸੋ ਉਸ ਤੋਂ ਬਾਅਦ ਅਸੀਂ ਨੈਕਸਟ ਦੇਖਾਂਗੇ ਸੰਪत्तियां ਦੀ ਮੁੱਲ ਕਸਾਈ ਡੈਪਰੀਸੀਏਸ਼ਨ ਉਹ ਐਸੈਟ ਦੀ ਐਂਟਰੀ ਦੇਖਾਂਗੇ ਡੈਪਰੀਸੀਏਸ਼ਨ ਦਾ ਇੱਕ ਲਾਸ ਹੁੰਦਾ ਵਾ ਲਾਸ ਨੂੰ ਡੈਬਿਟ ਕਰੀਦਾ ਵਾ ਤਾਂ ਉਹਦੇ ਨਾਲ ਐਸੈਟ ਘਟ ਜਾਂਦੀ ਆ ਪਾਰਟਿਕੂਲਰ ਐਸੈਟ ਦਾ ਰੀਅਲ ਅਕਾਊਂਟ ਹੁੰਦਾ ਵਾ ਸੋ ਇਸ ਕਰਕੇ ਜਦੋਂ ਕਿਸੇ ਚੀਜ਼ ਨੂੰ ਡੈਪਰੀਸ਼ੀਏਟ ਕਰਨਾ ਹੋਵੇ ਉਹ ਚ ਦੋ ਅਕਾਊਂਟ ਹੁੰਦੇ ਆ ਇੱਕ ਡੈਪਰੀਸ਼ੀਏਸ਼ਨ ਅਕਾਊਂਟ ਤੇ ਇੱਕ ਪਾਰਟਿਕੂਲਰ ਐਸੈਟ ਅਕਾਊਂਟ ਜਿਵੇਂ ਹੁਣ ਐਂਟਰੀ ਚ ਦੇਖਦੇ ਆ ਮਸ਼ੀਨ 1000 ਰੁਪਏ ਨਾਲ ਮਸ਼ੀਨ ਤੇ 1000 ਨਾਲ ਡੈਪਰੀਸ਼ੀਏਸ਼ਨ ਹੋਈ ਹੈ ਯਾਨੀ ਕਿ ਮਸ਼ੀਨ ਤੇ 1000 ਰੁਪਏ ਮੁੱਲ ਕਸਾਈ ਲਗਾਈ ਹੈ डेप्रीसीएशन ऑन मशीनरी चार्ज 1000 इस ट्रांसैक्शन ਦੇ ਵਿੱਚ ਦੋ ਅਕਾਊਂਟ ਹੈ ਇੱਕ ਡੈਪਰੀਸੀਏਸ਼ਨ ਅਕਾਊਂਟ ਤੇ ਇੱਕ ਪਾਰਟਿਕੂਲਰ ਐਸੈਟ ਯਾਨੀ ਮਸ਼ੀਨ ਅਕਾਊਂਟ ਹੁਣ ਆਪਾਂ ਨੂੰ ਪਤਾ ਡੈਪਰੀਸੀਏਸ਼ਨ ਲਾਸ ਆ ਡੈਬਿਟ ਹੋਏਗਾ ਸੋ ਡੈਪਰੀਸੀਏਸ਼ਨ ਅਕਾਊਂਟ ਡੈਬਿਟ ਹੋ ਜਾਏਗਾ ਤੇ ਮਸ਼ੀਨ ਜਿਹੜੀ ਆ ਉਹਦੀ ਵੈਲਿਊ ਘਟ ਰਹੀ ਹੈ ਯਾਨੀ ਉਹ ਜਾ ਰਹੀ ਆ ਰੀਅਲ ਅਕਾਊਂਟ ਆ ਡੈਬਿਟ ਬਟ ਕਮਸ ਇਨ ਕ੍ਰੈਡਿਟ ਬਟ ਗੋਜ਼ ਆਊਟ ਹੁਣ ਮਸ਼ੀਨ ਜਾ ਰਹੀ ਆ ਕ੍ਰੈਡਿਟ ਬਟ ਗੋਜ਼ ਆਊਟ ਟੂ ਮਸ਼ੀਨ ਅਕਾਊਂਟ ਸੋ ਐਂਟਰੀ ਬਣ ਗਈ ਮਸ਼ੀਨਰੀ ਡੈਪਰੀਸੀਏਸ਼ਨ ਅਕਾਊਂਟ ਡੈਬਿਟ ਟੂ ਮਸ਼ੀਨਰੀ ਅਕਾਊਂਟ ਬੀਇੰਗ ਡੈਪਰੀਸੀਏਸ਼ਨ ਚਾਰਜ ਔਨ ਮਸ਼ੀਨਰੀ ਨੈਕਸਟ ਪ੍ਰਾਪਤੀ ਯੋਗ ਆਮਦਨ ਇਦਾਂ ਹੀ ਆ ਗਈ ਹੁਣ ਸਾਡੇ ਕੋਲ ਅਕਰੂਡ ਇਨਕਮ ਦਾ ਹੁੰਦਾ ਵੀ ਅਸੀਂ ਕਿਸੇ ਨੂੰ ਬੈਨੀਫਿਟ ਦੇਤਾ ਕੋਈ ਸਰਵਿਸ ਦੇਤੀ ਆ ਕੋਈ ਚੀਜ਼ ਦੇਤੀ ਆ ਪਰ ਉਹਦੀ ਹਜੇ ਪੇਮੈਂਟ ਰਿਸੀਵ ਨਹੀਂ ਕੀਤੀ ਸੋ ਇਸ ਤਰ੍ਹਾਂ ਦੇ ਵਿੱਚ ਕੀ ਹੁੰਦਾ ਜੇ ਤੋਂ ਅਸੀਂ ਪੈਸੇ ਲੈਣੇ ਹੁੰਦੇ ਉਹ ਸਾਡੀ ਐਸੈਟ ਬਣ ਜਾਂਦੀ ਆ ਤੇ ਉਹਨੂੰ ਅਸੀਂ ਲੈਣੇ ਹੋ ਜਾਣੇ ਆ ਉਹਨੂੰ ਅਸੀਂ ਐਜ਼ ਅ ਐਸੈਟ ਰਿਕਾਰਡ ਕਰਾਂਗੇ ਜੋ ਚੀਜ਼ ਦਿੱਤੀ ਆ ਉਹ ਕ੍ਰੈਡਿਟ ਹੋ ਜਾਏਗੀ ਚਾਹੇ ਅਸੀਂ ਕੈਸ਼ ਦੇ ਸਕਦੇ ਹਾਂ ਚਾਹੇ ਗੁਡਸ ਦੇ ਸਕਦੇ ਹਾਂ ਹੁਣ ਇਹ ਚ ਦੇਖਦੇ ਹਾਂ 200 ਰੁਪਏ ਦਾ ਵਿਆਜ ਪ੍ਰਾਪਤੀ ਯੋਗ ਹੈ ਦੇ ਸਕਦੇ ਨਹੀਂ ਜਿਹਨੇ ਅਸੀਂ ਦੇ ਚੁੱਕੇ ਹਾਂ ਹੁਣ ਉਹਦਾ ਬੈਨੀਫਿਟ ਲੈਣਾ ਵਾ ਹੁਣ ਅਸੀਂ ਦੇਖੋ ਕੀ ਕੀਤਾ 200 ਰੁਪਏ ਦਾ ਵਿਆਜ ਪ੍ਰਾਪਤੀ ਯੋਗ ਹੈ ਇੰਟਰਸਟ ਰਿਸੀਵੇਬਲ 200 ਹੁਣ ਇੰਟਰਸਟ ਰਿਸੀਵੇਬਲ ਇੰਟਰਸਟ ਸਾਡੀ ਇਨਕਮ ਆ ਰਿਸੀਵੇਬਲ ਆ ਕਿਸੇ ਤੋਂ ਲੈਣਾ ਵਾ ਹੁਣ ਜੇ ਕਿਸੇ ਤੋਂ ਲੈਣਾ ਵਾ ਇੰਟਰਸਟ ਕਿੰਨੇ ਜਣਾਂ ਤੋਂ ਲੈਣਾ ਹੋ ਸਕਦਾ ਇਸ ਕਰਕੇ ਰਿਪਰੈਜ਼ੈਂਟੇਟਿਵ ਪਰਸਨਲ ਅਕਾਊਂਟ ਬਣੂਗਾ ਇੰਟਰਸਟ ਰਿਸੀਵੇਬਲ ਅਕਾਊਂਟ ਠੀਕ ਹੈ ਜੀ ਇਹ ਕਿਹੜਾ ਹੋ ਗਿਆ ਪ੍ਰਤੀਨਿਧੀ ਵਿਅਕਤੀਗਤ ਖਾਤਾ ਰਿਪਰੈਜ਼ੈਂਟੇਟਿਵ ਪਰਸਨਲ ਅਕਾਊਂਟ ਇਹ ਤੋਂ ਲੈਣਾ ਵਾ ਹਜੇ ਸੋ ਇਹਨਾਂ ਅਸੀਂ ਕ੍ਰੈਡਿਟ ਕਰਾਂਗੇ ਕਿਉਂਕਿ ਇਹ ਤੋਂ ਲੈਣਾ ਵਾ ਯਾਨੀ ਕਿ ਇਹ ਹੈ ਜਿਹੜਾ ਬੈਨੀਫਿਟ ਰਿਸੀਵ ਕਰ ਰਿਹਾ ਵਾ ਤੇ ਸਾਡੀ ਇਨਕਮ ਹੋ ਰਹੀ ਹੈ ਯਾਨੀ ਅਸੀਂ ਲਿਖਾਂਗੇ ਵੀ ਅਸੀਂ ਇੱਕ ਤਰ੍ਹਾਂ ਦਾ ਬੈਨੀਫਿਟ ਦਿੱਤਾ ਵਾ ਇੰਟਰਸਟ ਰਿਸੀਵੇਬਲ ਅਕਾਊਂਟ ਨੂੰ ਜਾਂ ਅਕਰੂਡ ਇੰਟਰਸਟ ਅਕਾਊਂਟ ਨੂੰ ਇਹਨੂੰ ਅਸੀਂ ਡੈਬਿਟ ਕਰਾਂਗੇ ਪਰਸਨਲ ਅਕਾਊਂਟ ਹੈ ਨਾ ਪਰਸਨਲ ਅਕਾਊਂਟ ਨੂੰ ਡੈਬਿਟ ਕਰਾਂਗੇ ਇੰਟਰਸਟ ਰਿਸੀਵੇਬਲ ਅਕਾਊਂਟ ਡੈਬਿਟ 200 ਆ ਉਸ ਤੋਂ ਬਾਅਦ ਕ੍ਰੈਡਿਟ ਹੋਏਗੀ ਇਨਕਮ ਟੂ ਇੰਟਰਸਟ ਰਿਸੀਵਡ ਅਕਾਊਂਟ ਇੱਥੇ ਰਿਸੀਵਡ ਅਕਾਊਂਟ ਆ ਬੀਇੰਗ ਇੰਟਰਸਟ ਡਿਊ ਬਟ ਨਾਟ ਰਿਸੀਵਡ ਸੋ ਨੈਕਸਟ ਐਂਟਰੀ ਹੈ ਸਾਡੇ ਕੋਲੇ ਆਮਦਨ ਦੀ ਅਗੇਤੀ ਪ੍ਰਾਪਤੀ ਇਨਕਮ ਰਿਸੀਵਡ ਇਨ ਐਡਵਾਂਸ ਜਿਸ ਤਰ੍ਹਾਂ ਇਨਕਮ ਰਿਸੀਵੇਬਲ ਸੀ ਉਸ ਤਰ੍ਹਾਂ ਹੀ ਇਨਕਮ ਰਿਸੀਵਡ ਇਨ ਐਡਵਾਂਸ ਵੀ ਹੋ ਸਕਦੀ ਹੈ ਯਾਨੀ ਅਸੀਂ ਬੈਨੀਫਿਟ ਨਹੀਂ ਦਿੱਤਾ ਪਰ ਪੇਮੈਂਟ ਪੂਰੀ ਰਿਸੀਵ ਕਰ ਲਈ ਜਦੋਂ ਅਸੀਂ ਪੇਮੈਂਟ ਰਿਸੀਵ ਕਰ ਲਈ ਸਾਡੇ ਕੋਲ ਕੀ ਆਇਆ ਕੈਸ਼ ਆਇਆ ਵੀ ਰਿਸੀਵਡ ਦਾ ਕੈਸ਼ ਕਿ ਤੋਂ ਆਇਆ ਕਿਸੇ ਪਾਰਟਿਕੂਲਰ ਇਨਕਮ ਤੋਂ ਆਇਆ ਜੋ ਹਜੇ ਅਰਨਡ ਨਹੀਂ ਕੀਤੀ ਸੋ ਇਸ ਕਰਕੇ ਇਹਦੇ ਵਿੱਚ ਪਾਰਟਿਕੂਲਰ ਇਨਕਮ ਦੇ ਰਿਗਾਰਡਿੰਗ ਰਿਪਰੈਜ਼ੈਂਟੇਟਿਵ ਅਕਾਊਂਟ ਖੁੱਲੇਗਾ ਕੈਸ਼ ਅਕਾਊਂਟ ਤਾਂ ਆਏਗਾ ਹੀ ਆਏਗਾ ਸੋ ਕਮਿਸ਼ਨ ਦੀ ਇਹਦੇ ਵਿੱਚ ਐਗਜ਼ਾਮਪਲ ਚ 200 ਰੁਪਏ ਅਗੇਤੇ ਕਮਿਸ਼ਨ ਦੇ ਤੌਰ ਤੇ ਪ੍ਰਾਪਤ ਕੀਤੇ ਕਮਿਸ਼ਨ ਰਿਸੀਵਡ ਇਨ ਐਡਵਾਂਸ 200 ਕਮਿਸ਼ਨ ਦੀ ਅਗੇਤੀ ਪ੍ਰਾਪਤੀ ਖਾਤਾ ਕਮਿਸ਼ਨ ਰਿਸੀਵਡ ਇਨ ਐਡਵਾਂਸ ਹੈ ਇਹ ਕਿਹੜਾ ਹੋ ਗਿਆ ਰਿਪਰੈਜ਼ੈਂਟੇਟਿਵ ਪਰਸਨਲ ਅਕਾਊਂਟ ਹੋ ਗਿਆ ਕਮਿਸ਼ਨ ਦੀ ਅਗੇਤੀ ਪ੍ਰਾਪਤੀ ਖਾਤਾ ਵਪਾਰ ਦੇ ਲੈਣਦਾਰਾਂ ਦਾ ਖਾਤਾ ਵਾ ਯਾਨੀ ਇਹ ਡੈਟਰ ਅਕਾਊਂਟ ਹੋ ਗਿਆ ਇੱਕ ਤਰ੍ਹਾਂ ਦਾ ਸਾਡਾ ਆਮਦਨ ਦੀ ਅਗੇਤੀ ਪ੍ਰਾਪਤੀ ਹੋਣ ਕਾਰਨ ਲੈਣਦਾਰਾਂ ਵਿੱਚ ਵਾਧਾ ਹੁੰਦਾ ਹੈ ਇਸ ਲਈ ਇਹ ਖਾਤਾ ਕ੍ਰੈਡਿਟ ਕੀਤਾ ਜਾਏਗਾ ਦੂਜਾ ਕੈਸ਼ ਆ ਰਿਹਾ ਵਾ ਸੋ ਕੈਸ਼ ਨੂੰ ਡੈਬਿਟ ਕੀਤਾ ਜਾਏਗਾ ਇਸ ਤਰ੍ਹਾਂ ਐਂਟਰੀ ਬਣ ਜਾਏਗੀ ਕੈਸ਼ ਅਕਾਊਂਟ ਡੈਬਿਟ ਟੂ ਕਮਿਸ਼ਨ ਰਿਸੀਵਡ ਇਨ ਐਡਵਾਂਸ ਅਕਾਊਂਟ ਸੋ ਇਸ ਤਰ੍ਹਾਂ ਇਹ ਜਿਹੜੀ ਐਂਟਰੀ ਹੈ ਆਪਣੇ ਕੋਲੇ ਹੋ ਜਾਏਗੀ ਨੈਕਸਟ ਐਂਟਰੀ ਹੈ ਸਾਡੇ ਕੋਲੇ ਇਹਦੀ ਨਰੇਸ਼ਨ ਬਣ ਜਾਏਗੀ ਦੱਸਦੀ ਤੁਹਾਨੂੰ ਕਮਿਸ਼ਨ ਰਿਸੀਵਡ ਇਨ ਸੋ ਇਹਦੇ ਰਿਗਾਰਡਿੰਗ ਆਪਾਂ ਐਗਜ਼ਾਮਪਲ ਦੇਖ ਲੈਂਦੇ ਆ ਸੋ ਇਹਦੇ ਰਿਗਾਰਡਿੰਗ ਐਗਜ਼ਾਮਪਲ ਆ 5 ਐਂਟਰੀਜ਼ ਫਰਮ ਦਾ ਫੋਲੋਇੰਗ ਰੈਂਟ ਰਿਸੀਵੇਬਲ ਆ ਅਸੀਂ ਲੈਣ ਤੋਂ ਕਿਸੇ ਤੋਂ ਲੈਣਾ ਵਾ ਸੋ ਠੀਕ ਹੈ ਜੀ ਇਹ ਕੀ ਹੋ ਗਿਆ ਸਾਡੇ ਇਹ ਰਿਪਰੈਜ਼ੈਂਟੇਟਿਵ ਅਕਾਊਂਟ ਹੋ ਗਿਆ ਰੈਂਟ ਰਿਸੀਵੇਬਲ ਤੇ ਰੈਂਟ ਸਾਡੀ ਇਨਕਮ ਹੋ ਗਈ ਸੋ ਐਂਟਰੀ ਬਣ ਜਾਏਗੀ ਰੈਂਟ ਰਿਸੀਵੇਬਲ ਟੂ ਰੈਂਟ ਰਿਸੀਵਡ ਅਕਾਊਂਟ रेंट रिसीवेबल रिप्रेजेंटेटिव पर्सनल अकाउंट डेबिट हो जाएगा टू रेंट रिसीव इनकम अकाउंट क्रेडिट हो जाएगा बीइंग रेंट रिसीवेबल कमीशन पेड इन एडवांस नेक्स्ट एंट्री आ गई हुन कमीशन एडवांस च पे करता सी नो सॉरी पे नहीं हैगा सेकंड एंट्री आ कमीशन रिसीव्ड इन एडवांस ਅਸੀਂ एडवांस च कमीशन रिसीव ਕੀਤਾ 2000 रुपीस कैश आ गया कितों आया कमीशन रिसीव्ड इन एडवांस यानी रिप्रेजेंटेटिव पर्सनल अकाउंट तो सो एंट्री आ जाएगी कमीशन कैश अकाउंट डेबिट टू कमीशन रिसीव्ड इन एडवांस कैश है कैश है जी रीयल अकाउंट आ
ਤੇ ਕਮਿਸ਼ਨ ਰਿਸੀਵਡ ਇਨ ਐਡਵਾਂਸ ਆ ਜਿਹੜੀ ਉਹ ਰਿਪਰੈਜ਼ੈਂਟੇਟਿਵ ਪਰਸਨਲ ਅਕਾਊਂਟ ਆ। ਨੈਕਸਟ ਹੈਗਾ ਵਾ ਆਊਟ ਆਫ ਦਾ ਇੰਟਰਸਟ ਰਿਸੀਵਡ ਇਨ ਐਡਵਾਂਸ 1000। ਸੋ ਜਿਹੜਾ ਕਹਿੰਦਾ ਇੰਟਰਸਟ ਸਾਨੂੰ ਮਿਲਿਆ ਵਾ ਉਹਦੇ ਵਿੱਚੋਂ ਐਡਵਾਂਸ ਹੈਗਾ 1000 ਰੁਪੀਸ। ਜੋ ਸਾਨੂੰ ਇੰਟਰਸਟ ਮਿਲਿਆ ਯਾਨੀ ਇਨਕਮ ਹੋ ਚੁੱਕੀ ਹੈ ਉਹ ਚੋਂ ਐਡਵਾਂਸ ਕੱਢਣਾ ਹੁਣ ਅਸੀਂ। ਇੰਟਰਸਟ ਰਿਸੀਵਡ ਇਨ ਐਡਵਾਂਸ ਅਕਾਊਂਟ ਡੈਬਿਟ ਹੋਏਗਾ 1000 ਨਾਲ ਇਹ ਰਿਪਰੈਜ਼ੈਂਟੇਟਿਵ ਪਰਸਨਲ ਅਕਾਊਂਟ ਜਿਹੜਾ ਸੀਗਾ ਸਾਡਾ ਉਹਦੇ ਵਿੱਚੋਂ 1000 ਆ ਜਿਹੜਾ ਦੇਖੋ 2 ਸੈਕੰਡ ਐਂਟਰੀ ਦੇ ਵਿੱਚ ਇਹ ਸੀਗਾ ਵੀ ਕਮਿਸ਼ਨ ਰਿਸੀਵਡ ਇਨ ਐਡਵਾਂਸ 2000। ਹੁਣ ਇਹਦੇ ਵਿੱਚੋਂ ਜੋ ਅਸੀਂ ਇਹਦੇ ਚ ਨਹੀਂ ਹੈ ਨੈਕਸਟ ਐਂਟਰੀ ਹੋਗੀ ਆਊਟ ਆਫ ਇੰਟਰਸਟ ਰਿਸੀਵਡ ਇਨ ਐਡਵਾਂਸ 1000। ਅਸੀਂ ਪਹਿਲਾਂ ਇੰਟਰਸਟ ਲਿਆ ਸੀ ਕਦੀ ਉਹਦੇ ਵਿੱਚੋਂ ਹੁਣ ਪਤਾ ਲੱਗਿਆ ਵੀ 1000 ਰੁਪਏ ਜਿਹੜਾ ਇੰਟਰਸਟ ਆ ਉਹ ਸਾਡਾ ਐਡਵਾਂਸ ਆ। ਸੋ ਜੇ ਉਹ ਐਡਵਾਂਸ ਆ ਤਾਂ ਐਸੈਟ ਬਣੇਗਾ। ਇੰਟਰਸਟ ਰਿਸੀਵਡ ਇਨ ਐਡਵਾਂਸ ਆ ਜਿਹੜਾ ਅਕਾਊਂਟ ਡੈਬਿਟ ਹੋ ਜਾਏਗਾ। ਇੰਟਰਸਟ ਰਿਸੀਵਡ ਅਕਾਊਂਟ ਡੈਬਿਟ ਹੋ ਜਾਏਗਾ ਕਿਉਂਕਿ ਇਨਕਮ ਘਟ ਜਾਣੀ ਹੈ ਸਾਡੀ। ਤੇ ਇੰਟਰਸਟ ਰਿਸੀਵਡ ਇਨ ਐਡਵਾਂਸ ਅਕਾਊਂਟ ਕ੍ਰੈਡਿਟ ਹੋ ਜਾਏਗਾ ਕਿਉਂਕਿ ਇਹ ਇੱਕ ਤਰ੍ਹਾਂ ਦੀ ਲਾਇਬਿਲਿਟੀ ਬਣ ਜਾਣੀ ਹੈ ਕਿਉਂਕਿ ਕਿਸੇ ਤੋਂ ਅਸੀਂ ਪਹਿਲਾਂ ਹੀ ਲੈ ਲਿਆ ਉਹ ਲਾਇਬਿਲਿਟੀ ਬਣ ਜਾਏਗੀ। ਇੰਟਰਸਟ ਰਿਸੀਵਡ ਅਕਾਊਂਟ ਡੈਬਿਟ ਤਾਂ ਕਰਨਾ ਵਾ ਕਿਉਂਕਿ ਅਸੀਂ ਪਹਿਲਾਂ ਹੁਣ ਇਨਕਮ ਮੰਨ ਲਿਆ ਸੀ ਬਾਅਦ ਚ ਪਤਾ ਲੱਗਿਆ ਵੀ ਉਹ ਤਾਂ ਅਸੀਂ ਕਿਸੇ ਤੋਂ ਐਡਵਾਂਸ ਲਿਆ। ਸੋ ਇਸ ਕਰਕੇ ਇੰਟਰਸਟ ਰਿਸੀਵਡ ਅਕਾਊਂਟ ਆ ਜਿਹੜਾ ਉਹ ਡੈਬਿਟ ਕੀਤਾ ਜਾਏਗਾ 1000 ਨਾਲ। ਟੂ ਇੰਟਰਸਟ ਰਿਸੀਵਡ ਇਨ ਐਡਵਾਂਸ ਅਕਾਊਂਟ ਆ ਉਹ ਕ੍ਰੈਡਿਟ ਕੀਤਾ ਜਾਏਗਾ 1000 ਨਾਲ। ਬੀਇੰਗ ਇੰਟਰਸਟ ਰਿਸੀਵਡ ਇਨ ਐਡਵਾਂਸ ਹੋ ਜਾਏਗਾ। ਨੈਕਸਟ ਹੈਗਾ ਵਾ ਸੈਲਰੀ ਪੇਬਲ। ਸੈਲਰੀ ਪੇਬਲ ਯਾਨੀ ਸੈਲਰੀ ਆਊਟਸਟੈਂਡਿੰਗ ਹੋਗੀ। ਸੈਲਰੀ ਆਊਟਸਟੈਂਡਿੰਗ ਦੇ ਵਿੱਚ ਕੀ ਆ ਜੇ ਸੈਲਰੀ ਦੀ ਅਸੀਂ ਪੇਮੈਂਟ ਨਹੀਂ ਕੀਤੀ ਸੋ ਐਕਸਪੈਂਸ ਤਾਂ ਹੋ ਗਿਆ। ਸੈਲਰੀ ਅਕਾਊਂਟ ਡੈਬਿਟ ਬੈਨੀਫਿਟ ਲੈ ਲਿਆ ਪੇਮੈਂਟ ਨਹੀਂ ਕੀਤੀ। ਸੈਲਰੀ ਅਕਾਊਂਟ ਡੈਬਿਟ ਟੂ रिप्रेजेंटेटिव पर्सनल अकाउंट यानी सैलरी आउटस्टैंडिंग अकाउंट होगा ये भी लायबिलिटी बन जाएगी। 2000 ਦੇ ਨਾਲ ਐਂਟਰੀ ਹੋ ਗਈ ਬੀਇੰਗ ਸੈਲਰੀ ਆਊਟਸਟੈਂਡਿੰਗ। ਨੈਕਸਟ 5th ਐਂਟਰੀ ਆ ਸੈਲਰੀ ਪੇਡ। ਹੁਣ ਅਸੀਂ ਸੈਲਰੀ ਸਿੱਧੀ ਪੇ ਹੀ ਕਰਤੀ। ਸੈਲਰੀ ਸਾਡਾ ਐਕਸਪੈਂਸ ਆ ਪੇਮੈਂਟ ਕਰਤੀ ਕੈਸ਼ ਚ। ਸੋ ਐਂਟਰੀ ਆ ਜਾਏਗੀ ਸੈਲਰੀ ਅਕਾਊਂਟ ਡੈਬਿਟ ਟੂ ਕੈਸ਼ ਬੀਇੰਗ ਸੈਲਰੀ ਪੇਡ। 5th ਐਂਟਰੀ ਆ ਸੈਲਰੀ ਅਕਾਊਂਟ ਡੈਬਿਟ ਟੂ ਕੈਸ਼ ਬੀਇੰਗ ਸੈਲਰੀ ਪੇਡ। ਨੈਕਸਟ ਐਂਟਰੀ ਆ ਸਾਡੇ ਕੋਲੇ 6th डेप्रिसिएशन ऑफ मशीनरी चार्ज। डेप्रिसिएशन साडा लॉस आ मशीनरी दा लॉस है मशीनरी गई है। सो दो अकाउंट हो गए डेप्रिसिएशन ते मशीनरी। डेप्रिसिएशन लॉस अकाउंट डेबिट हो जाएगा। डेप्रिसिएशन एक्सपेंस या लॉस यानी लॉस ही हुंदे वैसे है। डेप्रिसिएशन अकाउंट डेबिट टू मशीनरी बीइंग डेप्रिसिएशन चार्ज। सो एंट्री आ जाएगी 6th एंट्री है 1000। सो इस क्वेश्चन दी लास्ट एंट्री आ 7th निजी उपयोग ਲਈ ਰੋਕੜ ਦਾ ਆਹਰਨ ਕੀਤਾ। ਕੈਸ਼ ਵਿਡਰਾਅਲ ਫॉर ਪਰਸਨਲ ਯੂਜ਼। ਜਦੋਂ ਅਸੀਂ ਪਰਸਨਲ ਯੂਜ਼ ਲਈ ਕੈਸ਼ ਦਾ ਵਿਡਰਾਅ ਕੀਤਾ ਤਾਂ ਕੈਸ਼ ਬਿਜ਼ਨਸ ਚ ਹੋ ਗਿਆ। ਪਰਸਨਲ ਯੂਜ਼ ਆ ਯਾਨੀ ਇਹਦੇ ਲਈ ਡਰਾਇੰਗ ਅਕਾਊਂਟ ਹੁੰਦਾ ਵੀ ਪ੍ਰੋਪਰਾਈਟਰ ਅਕਾਊਂਟ ਹੁੰਦਾ ਕਿਉਂਕਿ ਪਰਸਨਲ ਅਕਾਊਂਟ ਆ ਪ੍ਰੋਪਰਾਈਟਰ ਰਿਸੀਵ ਕਰ ਲਿਆ ਵਾ। ਸੋ ਜਿਹੜਾ ਡਰਾਇੰਗ ਅਕਾਊਂਟ ਪਰ ਜਿਹੜਾ ਪ੍ਰੋਪਰਾਈਟਰ ਦਾ ਡਰਾਇੰਗ ਅਕਾਊਂਟ ਆ ਉਹ ਡੈਬਿਟ ਹੋ ਜਾਏਗਾ। ਟੂ ਕੈਸ਼ ਜਾ ਰਿਹਾ ਵਾ ਤਾਂ ਕੈਸ਼ ਕ੍ਰੈਡਿਟ ਹੋ ਜਾਏਗਾ। ਸੋ ਐਂਟਰੀ ਬਣ ਜਾਏਗੀ ਡਰਾਇੰਗ ਅਕਾਊਂਟ ਡੈਬਿਟ ਟੂ ਕੈਸ਼ ਬੀਇੰਗ ਕੈਸ਼ ਵਿਡਰਾਉਨ ਫॉर ਪਰਸਨਲ ਯੂਜ਼। ਸੋ ਅੱਜ ਆਪਾਂ ਫਿਰ ਇਹਦਾ ਅਸੀਂ ਟੋਟਲ ਲਾ ਲਾਂਗੇ। ਸਾਰੀ ਐਂਟਰੀ ਦਾ 12,000 ਟੋਟਲ ਆ ਗਿਆ। ਸੋ ਅੱਜ ਆਪਾਂ ਨੇ ਇਸ ਤੱਕ ਐਂਟਰੀਆਂ ਕਰਨੀਆਂ ਸੀ ਇਸ ਵੀਡੀਓ ਦੇ ਵਿੱਚ। ਨੈਕਸਟ ਵੀਡੀਓ ਦੇ ਵਿੱਚ ਆਪਾਂ ਫਰਦਰ ਜਨਰਲ ਐਂਟਰੀਜ਼ ਕਰਾਂਗੇ ਜੋ ਰਹਿ ਗਈਆਂ ਵਾ। ਥੈਂਕ ਯੂ ਵੈਰੀ ਮਚ ਫॉर ਵਾਚਿੰਗ। ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ, ਲਾਈਕ ਕਰੋ।